ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 120 ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਕਰ ਕਰ ਟਹਿਲ ਰਸਨਾ ਗੁਣ ਗਾਵਿਓ, ਚਰਨ ਠਾਕਰ ਕੇ ਮਾਰਗ ਪਾਵਿਓ ਧਾਵਿਓ। ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਪੈ ਪਾਰ ਉਤਰਿਆ ਰਹਾਓ। ਨੇਤਰ ਸੰਤਨ ਕਾ ਦਰਸ ਪੇਖ, ਪ੍ਰਭ ਅਵਨਾਸੀ ਮਨ ਮੇ ਲੇਖ। ਸੁਣ ਕੀਰਤਨ ਸਾਧ ਪਾਇ ਜਾਏ, ਜਨਮ ਮਰਨ ਕੀ ਤਰਾਸ ਮਿਟਾਏ। ਚਰਨ ਕਮਲ ਠਾਕਰ ਉਰਤਾਰ, ਦੁਰਲਭ ਦੇ ਨਾਨਕ ਨਿਸਤਾਰ। ਸੁਣ ਕੀਰਤਨ ਸਾਧ ਪੈ ਜਾਏ, ਜਨਮ ਮਰਨ ਕੀ ਤਰਾਸ ਮਿਟਾਏ। ਚਰਨ ਕਮਲ ਠਾਕਰ ਉਰਤਾਰ, ਦੁਰਲਭ ਦੇ ਨਾਨਕ ਨਿਸਤਾਰ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਗੁਰਮੁਖੋ, ਇਹ ਮੇਰੀ ਇੱਛਾ ਹੈ ਕਿ ਮੈਂ ਆਪਣੇ ਹੱਥਾਂ ਨਾਲ ਸਾਧ ਸੰਗਤ ਦੀ ਬਹੁਤ ਸੇਵਾ ਕਰਾਂ ਜੀ, ਅਤੇ ਆਪਣੀ ਰਸਨਾ ਨਾਲ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਪਰਮੇਸ਼ਰ ਦੇ ਦਿੱਤੇ ਪੈਰਾਂ ਨਾਲ ਮੈਂ ਉਸ ਮਾਲਕ ਪਰਮੇਸ਼ਰ ਦੇ ਮਾਰਗ ਉੱਤੇ ਦਿੱਤੇ ਮਾਰਗ ਉੱਤੇ ਚੱਲਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੂੰ ਮਿਲਣ ਲਈ ਮਨੁੱਖਾ ਜਨਮ ਸੋਹਣਾ ਸਮਾਂ ਹੈ ਜੀ। ਭਾਵ ਇਹ ਮਨੁੱਖਾ ਜਨਮ ਹੀ ਹੈ ਜਿਸ ਵਿੱਚ ਅਸੀਂ ਇਸ ਗੁਰਬਾਣੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਾਂ ਜੀ। ਹੋਰ ਸਾਰੀ ਸ੍ਰਿਸ਼ਟੀ ਦੇ ਸਿਰਜੇ ਹੋਏ ਜੀਵਾਂ ਵਿੱਚ ਪਰਮੇਸ਼ਰ ਨੇ ਇਹ ਸੋਝੀ ਨਹੀਂ ਦਿੱਤੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਲਈ ਇਹ ਸੁੰਦਰ ਮੌਕਾ ਅਵਸਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਦਿਆਂ ਇਸ ਭੌਜਲ ਜਗਤ ਸੰਸਾਰ ਤੋਂ ਪਾਰ ਉਤਰ ਜਾਈਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਿਆ ਇਸ ਸੰਸਾਰ ਵਿੱਚ ਰਹਿਣ ਦੀ ਜਾਚ ਆ ਜਾਂਦੀ ਹੈ ਜੀ, ਅਤੇ ਉਸ ਵਿੱਚ ਰਹਿਣਾ ਸੁਖਾਲਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਅੱਖਾਂ ਨਾਲ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤਾਂ ਦਾ ਦਰਸ਼ਨ ਵੇਖਾਂ, ਅਤੇ ਅਵਨਾਸੀ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਮਨ ਵਿੱਚ ਲਿਖ ਲਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਧ ਰੂਪ ਸਾਧ ਸੰਗਤ ਗੁਰੂ ਪਾਸੋਂ ਜਾ ਕੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕੀਰਤਨ ਸੁਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਮੈਂ ਆਪਣੇ ਜਨਮ ਮਰਨ ਦੀ ਜੋ ਡਰ ਵਾਲੀ ਹਾਲਤ ਹੈ ਜੀ, ਉਸ ਨੂੰ ਖਤਮ ਕਰ ਲਵਾਂ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੀ ਇਤਨੀ ਤਾਕਤ ਹੈ ਜੀ ਕਿ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਭਉ ਨਹੀਂ ਰਹਿੰਦਾ ਜੀ। ਫਿਰ ਗੁਰੂ ਜੀ ਪ੍ਰੇਰਨਾ ਦਿੰਦੇ ਹਨ ਕਿ ਗੁਰਮੁਖੋ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੋਹਣੇ ਚਰਨ ਕਮਲ ਆਪਣੇ ਹਿਰਦੇ ਵਿੱਚ ਟਿਕਾ ਕੇ ਮੈਂ ਉਹਨਾਂ ਨੂੰ ਰੱਖਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ
ਔਖੀ ਮਿਲੀ ਹੋਈ ਮਨੁੱਖਾ ਦੇਹੀ, ਔਖੀ ਮਿਲੀ ਹੋਈ ਮਨੁੱਖਾ ਜ਼ਿੰਦਗੀ ਦੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਲਵਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਇਸ ਸ਼ਬਦ ਸਾਨੂੰ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਲਈ ਮਨੁੱਖਾ ਜਨਮ ਇੱਕ ਦੁਰਲਭ ਤੇ ਸੁਹਾਵਣਾ ਸੁੰਦਰ ਸਮਾਂ ਹੈ ਜੀ, ਜੋ ਕਿ ਬਾਕੀ ਸ੍ਰਿਸ਼ਟੀ ਦੇ ਜੀਵਾਂ ਨੂੰ ਹਾਸਲ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਜਗਿਆਸੂ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਸਾਹਿਬ ਜੀ ਦੇ ਉਪਦੇਸ਼ ਸੁਣ ਕੇ ਆਪਣੇ ਮਨ ਵਿੱਚ ਇਹ ਭਾਵਨਾ ਪੈਦਾ ਕਰਦੇ ਹਨ ਅਤੇ ਰਸਨਾ ਨਾਲ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਹੱਥਾਂ ਨਾਲ ਪਰਮੇਸ਼ਰ ਦੀ ਸੇਵਾ ਕਰਾਂ, ਭਾਵ ਪੱਖਾ ਚੱਲਾਂ ਅਤੇ ਪੈਰਾਂ ਨਾਲ ਉਸ ਗੋਬਿੰਦ ਦੇ ਮਾਰਗ ਵੱਲ ਤੁਰਾਂ ਜੀ, ਭਾਵ ਗੁਰਮਤਿ ਨੂੰ ਅਪਣਾਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅੱਖਾਂ ਨਾਲ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤਾਂ ਦਾ ਦਰਸ਼ਨ ਕਰਾਂ ਜੀ, ਅਤੇ ਕੰਨਾਂ ਨਾਲ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕੀਰਤਨ ਸੁਣਾ ਜੀ। ਇਸ ਤਰ੍ਹਾਂ ਮੇਰੇ ਜਨਮ ਮਰਨ ਦਾ ਡਰ ਦੂਰ ਹੋ ਸਕਦਾ ਹੈ ਜੀ। ਭਾਵ ਗੁਰੂ ਦੇ ਹੁਕਮ ਨੂੰ ਸਮਝ ਕੇ ਆਪਣੇ ਹਰ ਮੂਲ ਨਾਲ ਜੁੜਾਂ ਜੀ। ਸੋ ਸਿਧਾਂਤ ਇਹ ਹੈ ਕਿ ਗੁਰਸ਼ਬਦ ਗੁਰਬਾਣੀ ਨਾਮ ਜਪਣ ਤੇ ਸੇਵਾ ਕਰਨ ਨਾਲ ਜਿੱਥੇ ਪ੍ਰੀਤ ਪਿਆਰ ਅਥਵਾ ਸੁੱਖ ਨਾਲ ਸਮਾਂ ਬਤੀਤ ਹੁੰਦਾ ਹੈ ਜੀ, ਉੱਥੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕੀਰਤਨ ਨਾਲ ਮਨ ਦਾ ਟਿਕਾਅ ਬਣਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।